ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦੀ ਤਿਆਰੀ ਪੂਰੀ ਤਰ੍ਹਾਂ ਦੇ ਨਾਲ ਹੋ ਚੁੱਕੀ ਹੈ। ਪੋਲੀਟੀਕਲ ਪਾਰਟੀਆਂ ਲਗਾਤਾਰ ਐਕਟਿਵ ਨੇ। ਪੰਜਾਬ ਕਾਂਗਰਸ ਵੱਲੋਂ ਵੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਹਾਲਾਂਕਿ ਪੰਜਾਬ ਕਾਂਗਰਸ ਦੇ ਲਈ ਸਭ ਤੋਂ ਵੱਡੀ ਜਿਹੜੀ ਸੀਟ ਰੇੜਕਾ ਬਣੀ ਹੋਈ ਸੀ ਸੁਲਤਾਨਪੁਰ ਲੋਧੀ ਦੀ, ਇੱਕ ਕਿਸਮ ਦੇ ਨਾਲ ਉਸ ਨੂੰ ਹੌਟ ਸੀਟ ਵੀ ਕਿਹਾ ਜਾ ਸਕਦਾ, ਕਿਉਂਕਿ ਮੌਜੂਦਾ ਵਿਧਾਇਕ ਨਵਤੇਜ ਚੀਮਾ ਉੱਥੋਂ ਕਾਂਗਰਸ ਨੇ ਟਿਕਟ ਦੇ ਦਿੱਤੀ ਹੈ। ਪਰ ਦਾਅਵੇਦਾਰੀ ਜਿਹੜੀ ਹੈ ਉਹ ਪੇਸ਼ ਕਰ ਰਹੇ ਨੇ ਰਾਣਾ ਗੁਰਜੀਤ ਦੇ ਲੜਕੇ और मेरे नाल मौजूद ने राणा इंद्र प्रताप। सब तो पहला भाजी सीधा सवाल कि सुल्तानपुर लोधी की सीट ही क्यों और उसके मगर क्यों पे हुए हो? देखो गल ये सब तो पहला 2004 ਦੇ ਵਿੱਚ MP ਦੀ ਇਲੈਕਸ਼ਨ ਮੈਂ ਇੱਥੋਂ ਲੜਿਆ ਰਾਣਾ ਜੀ ਦੀ ਇਲੈਕਸ਼ਨ ਦੇ ਵਿੱਚ ਸਾਂਭੀ। ਲੋਕਾਂ ਦੇ ਨਾਲ ਕੰਟੈਕਟ ਸੀ। ਇਸ ਇਲਾਕੇ ਦੇ ਵਿੱਚ ਚੁਕੰਦਰ ਵੀ ਵਜਾਉਂਦੇ ਆ ਸੀ। ਤੇ ਜਦੋਂ 3 ਮਹੀਨੇ ਪਹਿਲਾਂ ਮੈਂ ਚੁਕੰਦਰ ਦੀ ਸੀਜ਼ਨ ਦੀ ਬਜਾਈ ਸੀ, ਉਹਦੇ 'ਚ ਆਇਆ, ਲੋਕਾਂ 'ਚ ਵਿਚਰਿਆ ਤੇ ਮੈਂ ਮਹਿਸੂਸ ਕੀਤਾ, ਲੋਕਾਂ ਨੇ ਦੱਸਿਆ ਵੀ ਸਾਡੇ ਇੱਥੇ ਧੱਕਾ ਬਹੁਤ ਆ। ਅਸੀਂ ਇੱਕ ਘੁੱਟਣ ਦੀ ਜ਼ਿੰਦਗੀ 'ਚ ਰਹਿ ਰਹੇ ਹਾਂ। ਹਰ ਬੰਦਾ ਡਰ ਕੇ ਅੰਦਰ ਰਹਿ ਰਿਹਾ। ਤੇ ਮੇਰੇ ਦਿਮਾਗ 'ਚ ਆਇਆ, ਮਨ 'ਚ ਆਇਆ ਕਿ ਬਾਬੇ ਨਾਨਕ ਦੀ ਹੋਵੇ ਧਰਤੀ ਤੇ ਲੋਕ ਉੱਥੇ ਇਸ ਤਰੀਕੇ ਨਾਲ ਰਹਿ ਰਹੇ ਹੋਣ। ਤੇ ਉਸ ਦਿਨ 'ਚ ਮੈਂ ਮਨ 'ਚ ਧਾਰ ਲਿਆ ਕਿ ਵੀ ਇਹਨਾਂ ਨੂੰ ਇਸ ਗੁੰਡੇ ਰਾਜ ਤੋਂ, ਧੱਕੇ ਦੇ ਰਾਜ ਚੋਂ ਬਾਹਰ ਕੱਢਣਾ ਕਿਵੇਂ ਨਿਕਲਿਆ ਜਾਊਗਾ। ਨਹੀਂ, ਗੁੰਡਾ ਰਾਜ ਕੌਣ ਲੈ ਕੇ ਆਇਆ ਸੀ? ਇਹ ਮੌਜੂਦਾ ਵਿਧਾਇਕ ਜਾਂ ਫਿਰ ਉਸ ਤੋਂ ਵੀ ਪਹਿਲਾਂ ਦਾ ਸੀ? ਮੌਜੂਦਾ ਵਿਧਾਇਕ ਨਵਤੇਜ ਸਿੰਘ ਚੀਮਾ ਜੀ। ਮੈਂ ਇੱਥੇ 2004 ਚ ਇਲੈਕਸ਼ਨ ਲੜੀ, 2009 ਚ। ਉਦੋਂ ਲੋਕਾਂ ਨੂੰ 452 ਦਾ ਮਤਲਬ ਨਹੀਂ ਪਤਾ ਸੀ। ਇੱਥੇ ਅੱਜ ਘਰ ਘਰ ਲੱਗੀ ਹੋਆ। ਪਿਛਲੇ ਧੱਕੇਸ਼ਾਹੀ ਹੋਈ ਹੈ ਤੇ ਕਾਂਗਰਸ ਦੇ ਰਾਜ 'ਚ ਬਿਲਕੁਲ ਹੋਈ ਹੈ ਧੱਕੇਸ਼ਾਹੀ। ਸਿਰਫ ਆਪਦੀ ਜੇਬ ਭਰਨ ਨੂੰ ਲੋਕਾਂ ਨਾਲ ਧੱਕਾ, ਨਜਾਇਜ਼ ਪਰਚੇ। ਇੱਕ ਸਰਬਜੀਤ SHO ਰਿਹਾ ਇੱਥੇ, ਉਹਨੇ ਸਿਵਾਏ ਲੋਕਾਂ ਨੂੰ ਚੱਕ ਕੇ ਲਿਆਉਣਾ, ਹਵਾਲਾਤ 'ਚ ਅੰਦਰ ਦੇਣਾ ਤੇ ਚੀਮੇ ਤੇ ਉਹਨੇ ਦੋਵਾਂ ਨੇ ਰਲ ਕੇ ਪੈਸੇ ਲੈਣੇ, 5 ਲੱਖ 7 ਲੱਖ ਲੈਣਾ, ਸਵੇਰੇ ਬੰਦੇ ਨੂੰ ਬਾਹਰ ਕੱਢ ਦੇਣਾ। ਕੋਈ ਲੜਾਈ ਹੋ ਜਾਵੇ, ਬੰਦਿਆਂ ਤੇ ਪਰਚਾ, ਦੋਵਾਂ ਪਾਰਟੀਆਂ ਤੇ, ਉਹਨਾਂ ਨੂੰ ਫੜ ਕੇ ਅੰਦਰ ਕਰਨਾ, ਪੈਸੇ ਲੈਣੇ। ਜਿਹਨੇ ਵੱਧ ਪੈਸੇ ਦੇ ਦਿੱਤੇ ਉਹਦਾ ਸਾਥ ਦੇ। ਸਾਰਾ ਕੁਝ ਸਰਪੰਚੀਆਂ ਵੇਚੀਆਂ। ਜਿਹੜੇ ਬੰਦੇ ਨੇ ਪੈਸੇ ਦੇ ਦਿੱਤੇ ਉਹਨੂੰ ਸਰਪੰਚ ਬਣਾ ਦਿੱਤਾ। ਇਹ ਹਿਸਟਰੀ ਆ। ਉਸ ਤੋਂ ਬਾਅਦ ਇੱਕ MLA ਦਾ ਫਰਜ਼ ਹੁੰਦਾ ਕਿ ਇਲਾਕੇ ਦੇ ਵਿੱਚ ਹਰ ਬੰਦੇ ਦਾ ਧਿਆਨ ਰੱਖੇ। ਗਰੀਬ ਜਨਤਾ ਦੇ ਦਾਣੇ ਉਹ ਖਾ ਗਿਆ। 250 ਟਰੱਕ ਪੰਜਾਬ ਸਰਕਾਰ, ਸੈਂਟਰ ਸਰਕਾਰ ਵੱਲੋਂ ਦਾਣੇ ਵਾਲੀ, ਕਣਕ ਵਾਲੀ ਸਕੀਮ ਪਿੰਡੋਂ ਪਿੰਡ ਆਉਂਦੀ ਆ। ਸੁਲਤਾਨਪੁਰ ਦੇ ਵਿੱਚ 6 ਮਹੀਨੇ ਦੇ ਦਾਣੇ ਨਹੀਂ ਮਿਲੇ। ਪੈਸੇ ਲੈ ਲਏ ਸਰਕਾਰ ਦੇ ਖਜ਼ਾਨੇ 'ਚ। MLA ਨੇ ਖੱਬੇ ਸੱਜੇ ਕਰਤੇ, ਗਵਨ ਕਰਤੇ ਦਾਣੇ। 6 ਮਹੀਨਿਆਂ 'ਚ ਕਿਤੇ ਬੋਲਿਆ ਨਹੀਂ ਕਿ ਵੀ ਮੇਰੇ ਇਲਾਕੇ ਦੇ ਦਾਣੇ ਕਿੱਥੇ ਗਏ, ਵੀ ਲੋਕਾਂ ਦੇ ਦਿਓ, ਕਿਉਂਕਿ ਆਪ ਖਾਦੇ ਆ। ਕਿਸਾਨਾਂ ਵਾਲੀ ਗੱਲ ਕਰ ਲਈਏ, ਇੱਥੇ ਫਲੱਡ ਆਇਆ, ਖਰਾਬਾ ਸਰਕਾਰ ਵੱਲੋਂ ਆਇਆ, ਉਹ ਜ਼ਿਮੀਂਦਾਰਾਂ ਨੂੰ ਨਹੀਂ ਦਿੱਤਾ, ਖੱਬੇ ਸੱਜੇ ਲੋਕਾਂ ਦੇ ਖਾਤਿਆਂ 'ਚ ਪਾ ਕੇ ਕਢਾ ਲਿਆ। ਬਾਬੇ ਨਾਨਕ ਦੇ ਪੈਸੇ ਆਏ, ਉਹ ਇਹਨੇ ਖਾ ਲਏ। ਕੋਈ ਬੰਦਾ ਤੇ ਛੱਡਿਆ ਹੋਵੇ। ਜਦੋਂ ਮੈਂ ਇਹ ਚੀਜ਼ਾਂ ਦੇਖੀਆਂ ਤੇ ਮੈਂ ਮਨ 'ਚ ਧਾਰ ਲਿਆ ਵੀ ਹੁਣ ਇੱਥੇ ਸਫਾਈ ਲਿਆਉਣ ਦੀ ਲੋੜ ਹੈ ਤੇ ਲੋਕਾਂ ਦੇ ਹੱਕ ਦੇ ਵਿੱਚ ਮੈਂ ਖੜਾ ਹੋ ਗਿਆ। ਪਰ ਕਾਂਗਰਸ ਨੇ, ਤੁਸੀਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹੋ, ਕਾਫੀ ਪੁਰਾਣਾ ਪਰਿਵਾਰ ਹੈ, ਦਾਦਿਆਂ ਤੋਂ ਤੁਹਾਡੇ ਜਿਹੜੇ ਹੈਗੇ ਉਹ ਕਾਂਗਰਸ ਦਾ ਸਾਥ ਉਹਨਾਂ ਨੂੰ। ਕਾਂਗਰਸ ਨੇ ਫਿਰ ਤੁਹਾਨੂੰ ਕਿਉਂ ਟਿਕਟ ਦਿੱਤੀ? ਨਵਤੇਜ ਚੀਮਾ ਨੂੰ ਹੀ ਕਿਉਂ ਦੁਬਾਰਾ ਦੇ ਦਿੱਤੀ? ਦੇਖੋ, ਨਾ ਤੇ ਮੈਂ ਕਮੇਟੀ 'ਚ ਸੀਗਾ ਜਿਹਨੇ ਡਿਸਾਈਡ ਕਰਨਾ। ਉਹ ਡਿਸਾਈਡਿੰਗ ਕਮੇਟੀਜ਼ ਹੁੰਦੀਆਂ ਕਾਂਗਰਸ ਦੇ ਵਿੱਚ। ਉਹਨਾਂ ਨੇ ਜੋ ਫੈਸਲਾ ਲਿਆ ਠੀਕ ਲਿਆ ਹੋਊਗਾ ਆਪਦੇ ਹਿਸਾਬ ਦੇ ਨਾਲ। ਫਿਰ ਤੁਹਾਨੂੰ ਵੀ ਸਹਿਮਤੀ ਜਤਾਉਣੀ ਚਾਹੀਦੀ ਹੈ। ਜੇ ਪਾਰਟੀ ਦੇ ਨਾਲ ਜੁੜੇ ਹੋ ਤੁਸੀਂ, ਪਾਰਟੀ ਦੇ ਨਾਲ ਸਹਿਮਤੀ ਜਤਾਉਣੀ ਚਾਹੀਦੀ ਸੀ। ਦੇਖੋ, ਪਾਰਟੀ ਦੇ ਨਾਲ ਮੈਂ ਅੱਜ ਵੀ ਸਹਿਮਤ ਹੈਗਾ, ਪਰ ਕੈਂਡੀਡੇਟ ਦੇ ਨਾਲ ਸਹਿਮਤ ਨਹੀਂ ਹੈਗਾ। ਮੈਂ ਲੋਕਾਂ ਨੂੰ ਹੋਰ 5 ਸਾਲ ਨਹੀਂ ਵੇਖ ਸਕਦਾ ਕਿ ਵੀ ਉਹਨਾਂ ਦੇ ਨਾਲ ਧੱਕਾ ਹੋਵੇ। ਸਰਕਾਰ ਜ਼ਰੂਰ ਕਾਂਗਰਸ ਦੀ ਬਣਨੀ ਹੈ ਤੇ ਜੇ ਇੱਦਾਂ ਦਾ MLA ਗਲਤੀ ਦੇ ਨਾਲ, MLA ਤਾਂ ਬਣਦਾ ਹੀ ਨਹੀਂ ਪਹਿਲੀ ਗੱਲ, ਠੀਕ ਹੈ ਨਾ ਜੀ। ਜੇ ਮੈਂ ਨਾ ਆਉਂਦਾ ਤੇ ਸਾਰੀ ਕਾਂਗਰਸ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋ ਜਾਣੀ ਸੀ। ਮੈਂ ਇਸ ਕਰਕੇ ਆਇਆ ਕਿ 2004 'ਚ ਤੇ 9 'ਚ ਅਸੀਂ ਮਿਹਨਤ ਕੀਤੀ, 30,000 ਦੀ ਲੀਡ ਨੂੰ ਬਰਾਬਰ ਲੈ ਕੇ ਆਏ। ਉਹ ਬੰਦਿਆਂ ਨਾਲ ਹੀ ਆਈ ਨਾ, ਪਰਿਵਾਰ ਜੁੜ ਕੇ ਆਏ। ਅੱਜ ਜੇ ਉਹ ਪਰਿਵਾਰ ਫਿਰ ਵਾਪਸ ਚੱਲ ਜਾਣਗੇ ਤਾਂ ਕੌਣ ਮੁੜਦਾ? ਸੋ ਇਸ ਕਰਕੇ ਕਾਂਗਰਸ ਨੂੰ ਮਰਦੀ ਨਹੀਂ ਮੈਂ ਵੇਖ ਸਕਦਾ। ਕਾਂਗਰਸ ਨੂੰ ਬਚਾਉਣ ਲਈ ਇੱਥੇ ਆਇਆ।
ਕਹਿਣ ਦਾ ਭਾਵ ਵੀ ਕਾਂਗਰਸ ਜਿਹੜੇ ਤੁਹਾਡੇ ਕਾਂਗਰਸ ਸੀ ਉਹ ਅਕਾਲੀਆਂ ਚੱਲ ਜਾਣੇ ਸੀ ਜੇਕਰ ਤੁਹਾਡੀ ਐਂਟਰੀ ਨਾ ਹੁੰਦੀ ਤੇ। 100% ਉਹ ਸਿਰਫ ਚੋਣ ਜ਼ਾਬਤੇ ਦੀ ਇੰਤਜ਼ਾਰ ਕਰ ਰਹੇ ਸੀ ਕਿ ਜੇ ਪਹਿਲਾਂ ਗਏ ਤਾਂ ਇਹਨੇ ਪਰਚੇ ਕਰ ਦੇਣੇ ਆ। ਜਿਸ ਦਿਨ ਤੋਂ ਮੈਂ ਆਇਆ 60 ਦਿਨ ਹੋ ਗਏ ਆ, ਕਾਂਗਰਸ ਚੋਂ ਜੇ ਕੋਈ ਬੰਦਾ ਅਕਾਲੀ ਦਲ ਚ ਗਿਆ ਹੋਵੇ ਉਹਦੇ ਤੋਂ ਪਹਿਲਾਂ ਹੀ ਗਏ ਆ, ਉਸ ਤੋਂ ਬਾਅਦ ਕੋਈ ਬੰਦਾ ਨਹੀਂ ਗਿਆ। ਤੇ ਕਿਉਂ ਲੱਗ ਰਿਹਾ ਐਵੇਂ ਵੀ ਜਿੱਦਾਂ ਹੁਣ ਸਿਰਫ ਤੁਸੀਂ ਇੱਕ ਸਿਆਸੀ ਲਾਹਾ ਜਾਂ ਫਿਰ ਸਿਆਸੀ ਰੰਜਿਸ਼ ਦੇ ਤਹਿਤ ਹੀ ਜਿਹੜਾ ਹੈ ਇੱਥੇ ਉਤਰੇ ਹੋ? ਕਿਉਂਕਿ ਜਦੋਂ ਤੁਹਾਡੇ ਫਾਦਰ ਸਾਹਿਬ ਨੂੰ ਕੈਬਨਿਟ ਦੇ ਵਿੱਚ ਉਤਾਰਿਆ ਗਿਆ ਸੀ ਤਾਂ ਨਵਤੇਜ ਚੀਮਾ ਉਹਨਾਂ ਨੇ ਵਿਰੋਧ ਕੀਤਾ ਸੀ ਕਿ ਦਾਗੀ ਨੂੰ ਤੁਸੀਂ ਮੰਤਰੀ ਬਣਾ ਰਹੇ ਹੋ। ਕੀ ਬਦਲਾ ਤਾਂ ਨਹੀਂ ਗਏ? ਦੇਖੋ, ਇਹ ਤੁਹਾਨੂੰ ਹੀ ਲੱਗ ਰਿਹਾ, ਲੋਕਾਂ ਨੂੰ ਨਹੀਂ ਲੱਗ ਰਿਹਾ। ਲੋਕ ਚਾਹੁੰਦੇ ਆ ਇਸ ਇਲਾਕੇ ਦੇ ਵਿੱਚ ਇੱਕ ਵਧੀਆ ਲੀਡਰ ਆਵੇ ਜਿਹੜਾ ਲੋਕਾਂ ਦੀ ਬਾਹ ਫੜ ਸਕੇ, ਲੋਕਾਂ ਦੇ ਕੰਮ ਕਰ ਸਕੇ ਤੇ ਠੱਗੀ ਠੋਰੀ ਨਾ ਕਰੇ। ਠੀਕ ਹੈ, ਤੇ ਇਸ ਕਰਕੇ ਮੈਂ ਇਸ ਇਲਾਕੇ ਦੇ ਵਿੱਚ ਆਇਆ ਤਾਂ ਕਿ ਲੋਕਾਂ ਦੀ ਬਾਹ ਫੜ ਕੇ ਉਹਨਾਂ ਨੂੰ ਨਿਆਂ ਦਵਾ ਸਕਾਂ, ਉਹਨਾਂ ਦੇ ਕੰਮ ਕਰ ਸਕਾਂ, ਉਹਨਾਂ ਦਾ ਵਿਕਾਸ ਹੋਵੇ ਇਲਾਕੇ ਦਾ। ਅੱਛਾ, ਅਸੀਂ ਹੁਣ ਪ੍ਰਚਾਰ ਤੇ ਵੀ ਆਨੇ ਆ। ਤੁਹਾਡੇ ਫਾਦਰ ਸਾਹਿਬ ਪ੍ਰਚਾਰ ਤੇ ਤਾਂ ਆਣਗੇ, ਹੋਰ ਕਾਂਗਰਸ ਵੱਲੋਂ ਕੌਣ ਆ ਸਕਦਾ? ਨਵਜੋਤ ਸਿੰਘ ਸਿੱਧੂ ਆਣਗੇ ਜਾਂ ਕੋਈ ਹੋਰ ਆਏਗਾ? ਸਾਨੂੰ ਕਿਸੇ ਦੀ ਲੋੜ ਹੀ ਨਹੀਂ, ਸੁਲਤਾਨਪੁਰ ਦੇ ਲੋਕਾਂ ਦੀ ਲੋੜ ਹੈ ਬਸ, ਹੋਰ ਕਿਸੇ ਦੀ ਲੋੜ ਨਹੀਂ। ਇੱਕ ਹੋਰ ਮੈਂ ਗੱਲ ਦੱਸ ਦਿਆਂ, ਕਿਸੇ ਦੇ ਪ੍ਰਚਾਰ ਕੀਤੇ ਕੋਈ ਕਦੇ ਜਿੱਤਦਾ ਨਹੀਂ, ਹਲਕੇ ਦੇ ਲੋਕ ਜਿਤਾਉਂਦੇ ਹੁੰਦੇ ਆ। ਨਵਜੋਤ ਸਿੰਘ ਸਿੱਧੂ ਤਾਂ ਥਾਪੜਾ ਦੇ ਗਏ ਆ ਨਵਤੇਜ ਚੀਮਾ ਨੂੰ ਕਿ ਮੈਂ ਕੈਬਨਿਟ 'ਚ ਲੈ ਕੇ ਜਾਵਾਂਗਾ, ਤੇ ਫਿਰ ਆ ਕੇ ਉਹਨੂੰ ਜਿਤਾ ਲੈਣ। ਮੈਂ ਕਹੂੰਗਾ ਥਾਪੜਾ ਦੇ ਕੇ ਗਏ ਆ, ਆਉਣ ਜਿਤਾਉਣ ਉਹਨੂੰ। ਅੱਛਾ, ਤਕਰੀਬਨ 1.25 ਲੱਖ ਜਾਂ 1,30,000 ਦੇ ਕਰੀਬ ਹੈ ਇਸ ਹਲਕੇ ਦੀ ਵੋਟ ਸੁਲਤਾਨਪੁਰ ਲੋਧੀ ਦੀ। ਕਿੰਨੀਆਂ ਲੈ ਕੇ ਜਾਓਗੇ? ਵੇਖੋ, ਵੋਟਾਂ ਜਿਹੜੀਆਂ ਪੈਣੀਆਂ ਨਾ, ਉਹ ਡਿਸੀਜਨ ਲੋਕਾਂ ਦਾ ਆ, ਫੈਸਲਾ ਲੋਕਾਂ ਦਾ ਆ। ਮੈਂ ਕਦੇ ਹਵਾਈ ਗੱਲ ਨਹੀਂ ਕੀਤੀ ਇੰਨੀਆਂ ਵੋਟਾਂ ਲੈ ਜਾਾਂਗੇ ਐ ਹੋ ਜਾਊਗਾ। ਇਹ ਫੈਸਲਾ ਲੋਕਾਂ ਦਾ ਹੈ। ਬੇਨਤੀ ਅਸੀਂ ਕਰਨੀ ਆ, ਪ੍ਰਵਾਨ ਉਹਨਾਂ ਨੇ ਕਰਨੀ ਆ, ਕਿਰਪਾ ਬਾਬੇ ਨਾਨਕ ਦੀ ਹੋਣੀ। ਕਿਤੇ ਇਵੇਂ ਤਾਂ ਨਹੀਂ ਹੋਏਗਾ ਵੀ ਦੋ ਕਾਂਗਰਸੀਆਂ ਦੀ ਲੜਾਈ ਦੇ ਵਿੱਚ ਤੀਸਰਾ ਕੋਈ ਫਾਇਦਾ ਲੈ ਜਾਵੇ, ਤੁਹਾਡੀਆਂ ਵੋਟਾਂ ਹੀ ਡਾਇਵਰਟ ਹੋ ਜਾਣ? ਵੇਖੋ, ਅੱਜ ਸੁਲਤਾਨਪੁਰ ਦੇ ਵਿੱਚ ਪਾਰਟੀ ਦੀ ਲੜਾਈ ਨਹੀਂ ਰਹਿ ਗਈ। ਚਾਹੇ ਕਾਂਗਰਸ ਦੀ ਗੱਲ ਕਰ ਲਓ, ਚਾਹੇ ਅਕਾਲੀ ਦਲ ਦੀ ਗੱਲ ਕਰ ਲਓ, ਚਾਹੇ ਆਪ ਦੀ ਗੱਲ ਕਰ ਲਓ। ਕਾਂਗਰਸ ਵਾਲੇ ਨਵਤੇਜ ਸਿੰਘ ਚੀਮੇ ਨੇ ਤੇ ਕਰਪਸ਼ਨ ਦੇ ਧੱਕੇ ਦੇ ਵਾਟੀ ਕੱਢਦੇ ਲੋਕਾਂ ਦੇ ਮਨੋਂ ਉਤਰ ਚੁੱਕਿਆ। ਕੈਪਟਨ ਹਰਮਿੰਦਰ ਸਿੰਘ ਜੀ ਦੀ ਗੱਲ ਕਰ ਲਈਏ, 5 ਸਾਲ ਕਾਂਗਰਸ ਦੇ ਵਿੱਚ ਰਹੇ, ਮਿਲਕਫੈਡ ਦੇ ਚੇਅਰਮੈਨ ਰਹੇ। ਸਿਰਫ ਜ਼ਿੰਦਗੀ 'ਚ ਇੱਕ ਸੁਪਨਾ ਸੀ ਉਹਨਾਂ ਦਾ ਵੀ ਮੈਂ ਇਲੈਕਸ਼ਨ ਲੜਨਾ। ਇਲੈਕਸ਼ਨ ਲੜਨ ਨੂੰ ਅਕਾਲੀ ਦਲ 'ਚ ਚਲੇ ਗਏ, ਕੋਈ ਸੋਚ ਨਹੀਂ। ਆਪ ਵਾਲੇ ਚੀਮਾ ਸਾਹਿਬ ਦੀ ਗੱਲ ਕਰ ਲਈਏ, ਆਪ ਦੇ ਵਿੱਚ ਗਏ, ਪਹਿਲਾਂ ਇਲੈਕਸ਼ਨ ਲੜੀ, ਸਾਲ ਕੁ 'ਚ ਹੀ ਵਾਪਸ ਮਨ ਕਰਿਆ ਹੈ ਕਿ ਵੀ ਹੁਣ ਸਿਆਸਤ 'ਚ ਕੀ ਕਰਾਂ। ਉਹ ਕਹਿੰਦੇ ਵੀ ਹੁਣ ਚਲੋ ਆਪਾਂ ਅਕਾਲੀ ਦਲ ਵੱਲ ਨੂੰ ਚੱਲੀਏ। ਅਕਾਲੀ ਦਲ 'ਚ ਸ਼ਾਮਲ ਹੋ ਗਏ। ਜਦੋਂ ਅਕਾਲੀ ਦਲ 'ਚ ਕੰਮ ਨਹੀਂ ਸੂਤ ਆਇਆ ਤੇ ਉਹਨਾਂ ਨੇ ਵੀ ਕਿਹਾ ਵੀ ਮੈਂ ਮਨ 'ਚ ਧਾਰ ਲਿਆ ਇਲੈਕਸ਼ਨ ਲੜਨੀ ਹੈ, ਸਿਰਫ ਪੋਲੀਟੀਕਲ ਗੇਨ ਵਾਸਤੇ। ਉਹ ਵਾਪਸ ਆਮ ਆਦਮੀ ਪਾਰਟੀ 'ਚ ਆ ਗਏ। ਸੋ ਇੱਥੇ ਕੋਈ ਵੀ ਕੈਂਡੀਡੇਟ ਓਰੀਜਨਲ ਪਾਰਟੀ ਦਾ ਹੈ ਹੀ ਨਹੀਂ, ਨਾ ਆਪੋਜੀਸ਼ਨ ਦੇ ਵਿੱਚ, ਨਾ ਅਕਾਲੀ ਦਲ 'ਚ ਤੇ ਨਾ ਆਪ 'ਚ ਕੋਈ ਵਿਚਾਰਧਾਰਾ ਨਹੀਂ ਵਾਲਾ ਹੈਗਾ। ਇੱਥੇ ਹੁਣ ਸਿਰਫ ਤੇ ਸਿਰਫ ਕੈਂਡੀਡੇਟ ਦੀ ਲੜਾਈ ਆ। ਇੱਥੇ ਫਿਰ ਇਸ ਹਲਕੇ ਲਈ ਤੁਸੀਂ ਕੀ ਕਰ ਰਹੇ ਹੋ ਜਾਂ ਕੀ ਕਰੋਗੇ, ਔਰ ਤੁਹਾਨੂੰ ਹੀ ਵੋਟਾਂ ਜਿਹੜੀਆਂ ਲੋਕ ਕਿਉਂ ਦੇਣ? ਵੇਖੋ, ਸਭ ਤੋਂ ਪਹਿਲਾਂ ਤੇ ਲੋਕਾਂ ਦੇ ਨਾਲ ਡਟ ਕੇ ਖੜਾ ਹੋਊਗਾ। ਜਿਹੜੀ ਝੂਠੇ ਪਰਚਿਆਂ ਦੀ ਸਿਆਸਤ ਹੈ ਉਹ ਬੰਦ ਹੋਊਗੀ। ਜਿਨ੍ਹਾਂ ਲੋਕਾਂ ਤੇ ਝੂਠੇ ਪਰਚੇ ਹੋਏ ਉਹਨਾਂ ਤੋਂ ਛੁਟਕਾਰਾ ਦਿਵਾਊਂਗਾ। ਜਿਨ੍ਹਾਂ ਦੇ ਹੋਏ ਆ ਉਹਨਾਂ ਦੇ ਪਰਚੇ ਇਨਕੁਆਇਰੀ ਕਰਾ ਕੇ ਕੈਂਸਲ ਕਰਾਊਂਗਾ। ਸਭ ਤੋਂ ਪਹਿਲਾਂ ਤੁਸੀਂ ਸੋਚ ਨਹੀਂ ਸਕਦੇ, ਕੋਈ ਕਾਂਗਰਸੀਆ ਨਹੀਂ ਹੈਗਾ, ਅਕਾਲੀ ਦਲ ਆਪੋਜੀਸ਼ਨ ਤਾਂ ਹੋਊਗੀ, ਕੋਈ ਕਾਂਗਰਸੀਆ ਨਹੀਂ ਜਿਹਦੇ ਤੇ ਪਰਚਾ ਨਾ ਹੋਇਆ ਹੋਵੇ, ਉਹਦੇ ਪਰਿਵਾਰ ਤੇ ਪਰਚਾ ਨਾ ਹੋਇਆ। ਆਪਣੇ ਵਿਧਾਇਕ ਨੇ ਆਪਣੀ ਪਾਰਟੀ ਤੇ ਕਰਦੇ ਪਰਚਾ। ਇਹ ਇਤਿਹਾਸ ਹੈ, ਇਦਾਂ ਦਾ ਹਲਕਾ ਨਹੀਂ ਮਿਲ ਸਕਦਾ। ਆ ਸਾਰੇ ਬੰਦੇ ਪੁੱਛ ਲਓ ਇਹਨਾਂ ਨੂੰ, ਕਿਸੇ ਤੇ ਪਰਚਾ ਨਾ ਹੋਇਆ। ਪੀੜਤ ਹੈ ਸਾਰੇ ਜੀ? ਇਹ ਬਲਾਕ ਸੰਮਤੀ ਮੈਂਬਰ ਨੇ, ਸਰਪੰਚ ਨੇ, ਮੋਤਵਾਰ ਨੇ, ਸਾਰੇ ਅਹੁਦੇਦਾਰ ਨੇ। ਸੋ ਇਹ ਸਿਚੁਏਸ਼ਨ ਹੈ ਇਸ ਇਲਾਕੇ ਦੀ। ਅੱਛਾ, ਇੱਕ ਮਿੰਟ, ਤੁਹਾਡਾ ਨਾਲ ਵੀ ਵਾਪਸ ਆਨੇ, ਕੀ ਨਾਮ ਹੈ ਜੀ ਔਰ ਕਿਹੜਾ ਪਿੰਡ ਹੈ ਤੁਹਾਡਾ? ਮਹਿਮਦਵਾਲ ਪਿੰਡ ਹੈ, ਮੇਰ ਸਿੰਘ ਮੇਰਾ ਨਾਂ। ਮੇਰਾ ਬ੍ਰਦਰ ਸੀਗਾ ਜ਼ਿਲ੍ਹਾ ਪਰਿਸ਼ਦ ਬਲਾਕ ਪ੍ਰਧਾਨ ਸਰਦਾਰ ਆਸਾ ਸਿੰਘ। ਉਹਨਾਂ ਦੇ ਬਹੁਤ ਮਿਹਨਤ ਸੀਗੀ ਇਹਨਾਂ ਨੂੰ, ਚੀਮਾ ਸਾਹਿਬ ਨੂੰ ਜਿਤਾਉਣ ਵਾਸਤੇ। ਬੜੀ ਉਹਨਾਂ ਮਿਹਨਤ ਕੀਤੀ, ਇਲਾਕੇ ਨੂੰ ਪਤਾ
ਤੇ ਉਹਨਾਂ ਦਾ ਨੁਕਸਾਨ ਕੀਤਾ। ਇੱਥੇ ਉਹਨਾਂ ਨੇ ਟਾਇਲ ਫੈਕਟਰੀ ਲਾਈ ਸੀ ਪਿੰਡ ਦੇ ਵਿੱਚ, ਤਾਂ ਸਾਰੇ ਪਿੰਡ ਵਿੱਚ ਟਾਇਲਟ ਲੱਗੀ ਹੈ, ਲੌਕਟ ਜਿਹੜੀ ਹੈ ਉਹਦੀ ਸਾਰੀ ਇੰਟਰਲੋਕ ਲੱਗੀ ਹੈ, ਤੇ ਉਹ ਸਾਰੀ ਦੀ ਪੇਮੈਂਟ ਰੁਕੀ ਹੈ। 18 ਕੁ ਲੱਖ ਰੁਪਈਆ ਕਰੀਬ ਬਣਦਾ, ਉਹਨੇ ਨਹੀਂ ਲੈਣ ਦਿੱਤੇ ਪੈਸੇ। ਆਨਲਾਈਨ ਬਿੱਲ ਵੀ ਚੜੇ ਨੇ, ਫਿਰ ਵੀ ਨਹੀਂ ਪੈਣ ਦਿੱਤੇ। ਇਹ ਰਾਣਾ ਜੀ ਫੋਨ ਹੁਣ ਵੀ ਕਰਦੇ ਰਹੇ ਨੇ ਵੀ ਤੁਸੀਂ ਵੀਡੀਓ ਸਾਹਿਬ ਤੁਸੀਂ ਕਰ ਦਿਓ। ਉਧਰੋਂ ਉਹਨਾਂ ਦਾ ਦਬਾਅ ਆਉਂਦਾ ਸੀਗਾ ਵੀ ਇਹਨਾਂ ਦੇ ਪੈਸੇ ਨਹੀਂ ਦੇਣੇ। ਰੱਬ ਜਾਣੇ ਕੀ ਹੈ ਕੀ ਨਹੀਂ। ਸਾਡੇ ਪਿੰਡ ਦੇ ਗੇੜਾ ਕੱਢੇ ਹੋਏ ਆਸਾ ਸਿੰਘ ਦੀ ਮੌਤ ਤੋਂ ਬਾਅਦ ਕੋਈ ਵੀ ਕੰਮ ਨਹੀਂ ਹੋਇਆ। ਸਭ ਤੋਂ ਨਕੰਮਾ ਪਿੰਡ ਜਿਹੜਾ ਸਾਡਾ ਇਸ ਟਾਈਮ ਵਿਕਾਸ ਪੱਖੋਂ, 2-3 ਪਿੰਡ ਹੋਰ ਵੀ ਇਹਨਾਂ ਲੱਗੇ ਵਿਕਾਸ ਦਾ। ਉਹ ਕਹਿੰਦਾ ਵਿਕਾਸ ਦਾ ਕੀਤਾ ਕੀ ਆ ਉਹਨਾਂ ਨੇ, ਦੱਸੋ। ਸਿਰਫ ਇੱਕ ਬੱਸ ਸਟੈਂਡ ਦਾ ਦੱਸਦਾ, ਉਹ ਤਾਂ ਮੇਰੇ ਖਿਆਲ 50 ਲੱਖ ਰੁਪਈਆ ਨਹੀਂ ਲੱਗਾ ਹੋਣਾ। ਹਨਾ, ਕਹਿ ਰਹੇ ਨੇ 4 ਕਰੋੜ ਰੁਪਈਆ ਸਫਾਈ ਤੇ ਲੱਗ ਗਿਆ। ਸਫਾਈ ਤੇ ਸਾਰੀ ਕਰਤੀ ਸੀ ਸੰਗਤ ਨੇ, ਅਸੀਂ ਵੀ ਨਾਲ ਹੀ ਸੀ ਉੱਥੇ। ਉਹ ਕੋਲੋਂ ਹੀ ਪੈਸੇ ਜਿਹੜੇ ਆ ਦੱਸੀ ਜਾਂਦੇ ਖਾ ਗਏ ਸਾਰੇ। 550 ਕਰੋੜ ਬਹੁਤ ਜ਼ਿਆਦਾ ਰਕਮ ਹੁੰਦੀ ਹੈ। ਮੇਰੇ ਖਿਆਲ 10 ਕਰੋੜ ਵੀ ਨਹੀਂ ਲੱਗਾ ਹੋਣਾ ਕਿਤੇ ਸੁਲਤਾਨਪੁਰ 'ਚ ਜਦੋਂ 550 ਸਾਲ ਆਇਆ, ਸਾਰੇ ਖਾ ਗਏ ਜੀ। ਕੀ ਨਾਮ ਹੈ ਬਾਈ ਤੁਹਾਡਾ ਔਰ ਕਿਹੜੇ ਪਿੰਡ ਹੈ ਤੁਹਾਡਾ? ਮੇਰਾ ਬੱਬੂ ਖੇੜਾ ਪਿੰਡ ਹੈ ਜੀ। ਇਹ ਮੇਰਾ ਬੱਬੂ ਖੇੜਾ ਨਾਮ ਆ, ਪਿੰਡ ਖੇੜਾ ਬੇਟ। ਮੈਂ ਬਲਾਕ ਸੰਮਤੀ ਮੈਂਬਰ ਹਾਂ ਜੀ। ਕੀ ਲੱਗਦਾ ਵੀ ਜਿਹੜਾ ਹੁਣ ਤੁਸੀਂ ਕਾਂਗਰਸ ਦੇ ਵਿੱਚ ਹੀ ਬਦਲ ਲੱਭ ਰਹੇ ਹੋ, ਹਾਲਾਂਕਿ ਆਜ਼ਾਦ ਲੜ ਰਹੇ ਨੇ, ਕਾਂਗਰਸ ਹੀ ਬਦਲ ਲੱਭ ਰਹੇ ਹੋ, ਕਿਵੇਂ ਦੇਖ ਰਹੇ ਹੋ? ਬਿਲਕੁਲ ਜੀ, ਇਹ ਸਾਨੂੰ ਪੂਰੀ ਆਸ ਆ। ਪ੍ਰਮਾਤਮਾ ਬਾਬੇ ਨਾਨਕ ਦੀ ਧਰਤੀ ਆ, ਇੱਥੇ ਸੱਚ ਦਾ ਸੱਚ ਹੋਣਾ। ਜਿਹੜਾ ਬੰਦਾ ਝੂਠਾ ਉਹ ਝੂਠਾ ਸਦਾ ਉਹਦਾ ਕਦੀ ਬੇੜਾ ਪਾਰ ਨਹੀਂ ਹੋਣਾ। ਸਾਨੂੰ ਰਾਣਾ ਸਾਹਿਬ ਤੋਂ ਬੜੀ ਆਸ ਆ। ਇਹਨਾਂ ਦੇ ਪਹਿਲਾਂ ਪਿਤਾ ਜੀ ਰਾਣਾ ਗੁਰਜੀਤ ਸਿੰਘ ਜੀ ਇਸ ਹਲਕੇ ਵਾਸਤੇ ਕੰਮ ਕਰ ਰਹੇ ਜਦੋਂ MP ਬਣੇ ਸੀ, ਤਾਂ ਬਹੁਤ ਵਧੀਆ ਇਹਨਾਂ ਨੇ ਕੰਮ ਕੀਤੇ ਆ। ਹਲਕੇ ਦੀ ਬਾਂਹ ਫੜੀ, ਹਰ ਇੱਕ ਵੋਟਰ ਦੀ ਬਾਂਹ ਫੜੀ ਹੈ ਜੀ। ਇਸ ਕਰਕੇ ਅਸੀਂ ਰਾਣਾ ਜੀ ਨੂੰ ਐਤਕੀ ਆਪਣਾ ਲੀਡਰ ਸਮਝਦੇ ਹਾਂ ਜੀ। ਅੱਛਾ ਬਾਈ ਜੀ, ਤੁਹਾਡੇ ਫਾਦਰ ਸਾਹਿਬ ਮੰਤਰੀ ਵੀ ਰਹੇ ਨੇ ਜਦੋਂ ਸਰਕਾਰ ਬਣੀ ਸੀ ਕਾਂਗਰਸ ਦੀ, ਉਦੋਂ ਵੀ ਸਟਾਰਟਿੰਗ ਦੇ ਵਿੱਚ ਹੀ, ਹਾਲਾਂਕਿ ਕੁਝ ਵਿਵਾਦਾਂ ਕਰਕੇ ਜਿਹੜਾ ਆ ਉਹ ਕੈਬਨਿਟ 'ਚੋਂ ਨਹੀਂ ਰੱਖਿਆ ਗਿਆ। ਤਾਂ ਉਹ ਸਮਾਂ ਜਾਂ ਹੁਣ ਦੇ ਸਮੇਂ ਦੇ ਵਿੱਚ ਜਦੋਂ ਮੰਤਰੀ ਰਹੇ ਨੇ ਬਤੌਰ, ਉਦੋਂ ਨਹੀਂ ਕੋਈ ਤੁਸੀਂ ਥੋੜ੍ਹਾ ਚਿਤਾੜਿਆ ਵੀ ਜਿਵੇਂ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿ ਤੁਸੀਂ ਧੱਕੇਸ਼ਾਹੀ ਕਰ ਰਹੇ ਹੋ ਜਾਂ ਝੂਠੇ ਪਰਚੇ ਕਰ ਰਹੇ ਹੋ, ਉਦੋਂ ਕੋਈ ਪਾਵਰ ਨਹੀਂ ਵਰਤੀ? ਸੁਲਤਾਨਪੁਰ ਦੇ ਵਿੱਚ ਲੁੱਟ ਸਰਬਜੀਤ ਨੇ ਕੀਤੀ। ਰਾਣਾ ਜੀ ਇਕੱਲੇ ਬੰਦੇ ਹਲਕਾ ਨਹੀਂ ਬਣਦਾ ਸੀ ਸਾਡਾ। ਤੁਹਾਨੂੰ ਪਤਾ ਜਦੋਂ MLA ਹੋਵੇ ਉਹ ਪਸੰਦ ਨਹੀਂ ਕਰਦਾ ਦੂਸਰੇ ਇਲਾਕੇ ਦਾ ਬੰਦਾ ਇੰਟਰਫੇਅਰ ਕਰੇ। ਰਾਣਾ ਜੀ ਨੇ ਇਕੱਲਿਆਂ ਨੇ ਸਰਬਜੀਤ ਦੀ ਤੋਂ ਟ੍ਰਾਂਸਫਰ ਕਰਾਈ, ਤੇ ਨਵਤੇਜ ਜਦੋਂ ਲੋਕਾਂ ਨੇ ਆ ਕੇ ਦੱਸਿਆ ਵੀ ਲੁੱਟਦਾ ਬਹੁਤ ਹੈ, ਤੇ ਨਵਤੇਜ ਚੀਮਾ ਤੀਜੇ ਦਿਨ ਜਾ ਕੇ ਉਹਦੀ ਬਦਲੀ ਵਾਪਸ ਕਰਾ ਕੇ ਲਿਆ, ਕਿਉਂਕਿ ਇਹਦੀ ਪੈਸੇ ਵਾਲੀ ਮਸ਼ੀਨ ਬੰਦ ਹੋ ਗਈ ਸੀ। ਮੈਂ ਤੁਹਾਨੂੰ ਗੱਲ ਇਹ ਦੱਸਣੀ ਚਾਹੁੰਦਾ, ਸਰਦਾਰ ਬਲਵਿੰਦਰ ਸਿੰਘ ਜੀ ਮੇਰੇ ਕੋਲ ਬੈਠੇ ਆ ਸਰਦਾਰ ਜੀ ਨਾਲ। 2009 ਦੀ ਗੱਲ ਹੈ, ਅਸੀਂ ਇਲੈਕਸ਼ਨ ਲੜੀ ਤੇ ਨਵਤੇਜ ਸਿੰਘ ਚੀਮੇ ਨੂੰ ਨਾ ਘਰੇ ਬਿਠਾਤਾ ਸੀ, ਬਾਹਰ ਨਹੀਂ ਨਿਕਲਣ ਦਿੱਤਾ ਸੀ। ਇਹ ਹਾਰਿਆ ਸੀ 2007 'ਚ, ਤੇ 9 'ਚ ਇਲੈਕਸ਼ਨ ਲੜ ਕੇ 4500 ਵੋਟ ਪਹਿਲੀ ਵਾਰ ਹਿਸਟਰੀ 'ਚ ਕਾਂਗਰਸ ਨੂੰ ਜਿੱਤ ਪ੍ਰਾਪਤ ਹੋਈ ਸੀ। ਤੇ ਉਹ ਇਨਸਾਨ ਸੀ, ਸਾਰਾ ਸੁਲਤਾਨਪੁਰ ਮੈਂ ਤੋਰ ਲਿਆ ਸੀ ਨਾਲ। ਇਕੱਲੇ ਬੰਦੇ ਤੇਜੀ ਦੇ ਨਾਲ ਸੀ ਅਖੀਰਲੀ ਰਾਤ ਤੱਕ। ਰਾਤ ਨੂੰ ਕਹਿੰਦੇ ਚੱਲ ਇੰਦਰ ਤੂੰ ਮੇਰੇ ਕੋਲ ਇੰਨੇ ਗੇੜੇ ਮਾਰਿਆ, ਮੈਂ ਵੋਟਾਂ ਜ਼ਰੂਰ ਪਾ ਦੂੰ। ਇਹਨਾਂ ਦੇ ਨਾਲ ਧੱਕਾ ਕੀਤਾ, ਜਿਹੜੇ ਬੰਦੇ ਨਾਲ ਰਹੇ ਉਹਨਾਂ ਦੇ ਨਾਲ ਧੱਕਾ ਕੀਤਾ। ਸੋ ਅੱਜ ਉਹਦੇ ਨਾਲ ਗਰਾਊਂਡ ਤੇ ਰਿਐਲਿਟੀ ਤੇ ਕੋਈ ਨਹੀਂ ਹੈਗਾ। ਜ਼ਮਾਨਤ ਵੀ ਜ਼ਬਤ ਹੈ। ਕਾਂਗਰਸ ਦੇ ਵਿੱਚ ਵੀ ਜਦੋਂ ਚੋਣ ਵੋਟਾਂ ਮਾਫ ਕਰਨਾ ਜਦੋਂ ਲਿਸਟ ਆਈ ਉਸ ਤੋਂ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਕਿ ਕਿਸੇ ਹੋਰ ਹਲਕੇ ਦੇ ਵਿੱਚ ਦਖਲ ਨਾ ਦਿੱਤੀ ਜਾਵੇ। ਤੁਹਾਡੇ ਫਾਦਰ ਸਾਹਿਬ ਨੂੰ ਉਹਨਾਂ ਨੇ ਕਿਹਾ ਸੀ, ਰਾਣਾ ਗੁਰਜੀਤ ਜੀ ਨੂੰ, ਵੀ ਕਿਸੇ ਹੋਰ ਹਲਕੇ ਵਿੱਚ ਦਖਲ ਦੇਣਾ ਕਾਂਗਰਸ ਦੇ ਲਈ, ਇਹ ਕਾਂਗਰਸੀ ਲਈ ਜਿਹੜਾ ਆ ਉਹ ਸਹੀ ਨਹੀਂ ਹੈ। ਵੇਖੋ ਗੱਲ ਇਹ ਆ, ਅਸੀਂ ਦਖਲ ਕਾਂਗਰਸ ਨੂੰ ਬਚਾਉਣ ਨੂੰ ਦਿੱਤਾ, ਤੇ ਲੋਕਾਂ ਨੇ ਦੀ ਮੰਗ ਹੈ ਕਿ ਵੀ ਰਾਣਾ ਜੀ ਪਰਿਵਾਰ 'ਚੋਂ ਇੱਕ ਬੰਦਾ ਇੱਥੋਂ ਇਲੈਕਸ਼ਨ ਲੜੇ। ਲੋਕਾਂ ਨੇ ਮੈਨੂੰ ਕਿਹਾ, ਤੇ ਲੋਕਾਂ ਦਾ ਜਿਹੜਾ ਹੁਕਮ ਹੈ ਉਹ ਸਿਰ ਮੱਥੇ, ਜੋ ਲੋਕ ਕਹਿਣਗੇ ਉਹ ਕਰਾਂਗੇ। ਨਵਜੋਤ ਸਿੰਘ ਸਿੱਧੂ ਨੂੰ ਕਿਵੇਂ ਦੇਖਦੇ ਹੋ? ਪਾਰਟੀ ਦੇ ਵਿੱਚ ਆਏ ਨੇ ਔਰ ਨਵਤੇਜ ਚੀਮਾ ਨੂੰ ਵੀ ਥਾਪੜਾ ਦੇ ਗਏ ਨੇ, ਔਰ ਲਗਾਤਾਰ ਉਹਨਾਂ ਦੇ ਹੱਕ ਦੇ ਵਿੱਚ ਵੀ ਭੁਗਤ ਚੁੱਕੇ ਨੇ। ਤੁਸੀਂ ਮੇਰੇ ਨਾਲ ਗੱਲ ਕਰੋ ਸੁਲਤਾਨਪੁਰ ਦੀ, ਆ ਖੱਬੇ ਸੱਜੇ ਵਾਲੀਆਂ ਗੱਲਾਂ ਦਾ ਨਹੀਂ ਕੋਈ ਫਾਇਦਾ। ਗੱਲ ਸੁਲਤਾਨਪੁਰ ਦੀ ਕਰੋ, ਸਿੱਧੂ ਵਾਲੀ ਬਾਕੀ ਲੋਕ ਦੱਸ ਦੇਣਗੇ। ਤੁਹਾਨੂੰ ਕੀ ਲੱਗਦਾ CM ਦਾ ਚਿਹਰਾ ਕੌਣ ਹੋਣਾ ਚਾਹੀਦਾ ਤੁਹਾਡੀ ਪਾਰਟੀ ਦਾ? ਵੇਖੋ ਗੱਲ ਹੈ, ਮੈਂ ਫਿਰ ਤੁਹਾਨੂੰ ਗੱਲ ਕੀ ਕੀਤੀ, ਮੇਰੀ ਤਾਂ ਪਾਰਟੀ ਕੋਈ ਨਹੀਂ ਸ਼ੇਰਾ, ਮੈਂ ਤਾਂ ਇੰਡੀਪੈਂਡੈਂਟ ਹੈ। ਤੁਸੀਂ ਤੁਹਾਡੇ ਫਾਦਰ ਸਾਹਿਬ ਜੁੜੇ ਹੋਏ ਨੇ, ਆਣਾ ਤੁਸੀਂ ਕਾਂਗਰਸ 'ਚ ਹੀ ਹੈ। ਜੇ ਤੁਸੀਂ ਜੇ ਮੰਨ ਲਓ ਤੁਸੀਂ ਆਜ਼ਾਦ ਲੜ ਕੇ ਜਿੱਤਦੇ ਹੋ, ਆਣਾ ਤੁਸੀਂ ਕਾਂਗਰਸ 'ਚ ਹੀ ਹੈ। ਮੰਨ ਲਓ ਛੱਡ ਦਿਓ, ਅੱਜ ਦੀ ਡੇਟ 'ਚ ਇੰਡੀਪੈਂਡੈਂਟ ਹੈ। ਸਾਡੀ ਪਾਰਟੀ ਦਾ ਕੋਈ CM ਨਹੀਂ। ਤੁਹਾਡੇ ਫਾਦਰ ਸਾਹਿਬ ਦੀ ਪਾਰਟੀ ਦਾ ਕਿਹੜਾ CM ਤੁਹਾਨੂੰ ਲੱਗਦਾ? ਉਹਦਾ ਜਵਾਬ ਫਾਦਰ ਸਾਹਿਬ ਦੇਣਗੇ। ਸਿਆਸਤ ਦੇ ਜਿਹੜੇ ਪੇਚ ਹੈਗੇ ਆ ਤੁਸੀਂ ਹੈ ਨਾ ਲਗਾਉਣੇ ਸ਼ੁਰੂ ਕਰਤੇ ਆ। ਅੱਛਾ, ਮੇਰਾ ਆਖਰੀ ਸਵਾਲ ਇਹ ਹੈ ਵੀ
ਲਗਾਤਾਰ ਹਲਕੇ ਦੇ ਵਿੱਚ ਵੀ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਆ ਵਿਵਾਦ ਵੀ ਪੈਦਾ ਹੋਏ ਆ ਤੁਹਾਡੇ ਵਿੱਚ ਵੀ ਜਿਹੜੀ ਸੀਟ ਨੂੰ ਲੈ ਕੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਵਿਵਾਦ ਕਿਵੇਂ ਖਤਮ ਹੋਏਗਾ? ਕਿਉਂਕਿ ਤੁਸੀਂ ਜੇ ਜਿੱਤ ਜਾਂਦੇ ਹੋ ਜਾਂ ਫਿਰ ਤੁਸੀਂ ਉਹਨਾਂ ਦੇ ਅੰਗੇਸ ਲੜਦੇ ਹੋ ਤਾਂ ਦੂਸਰੀ ਉਹ ਤੁਹਾਡੀ ਵਿਰੋਧੀ ਬਣ ਜਾਏਗੀ। ਨਵਤੇਜ ਚੀਮਾ ਜਿਹੜੇ ਹੈਗੇ ਆ ਉਹਨਾਂ ਦੀ ਵੀ ਪਾਰਟੀ ਜਿਹੜੀ ਜਾਂ ਉਹਨਾਂ ਦੇ ਬੰਦੇ ਉਹ ਵੀ ਤੁਹਾਡੇ ਐਂਟੀ ਹੋ ਜਾਣਗੇ, ਫਿਰ ਕਾਂਗਰਸ ਨੂੰ ਇਸ ਦਾ ਨੁਕਸਾਨ ਹੋਏਗਾ ਸਿੱਧਾ ਸਿੱਧਾ। ਅੱਜ ਨਵਤੇਜ ਸਿੰਘ ਚੀਮੇ ਨਾਲ 3 ਬੰਦੇ ਆ, ਇੱਕ ਉਹ ਇਕੱਲਾ ਤੇ 2 ਹੋਰ ਬੰਦੇ। ਉਹਨਾਂ ਚੋਂ ਇੱਕ ਬੰਦੇ ਦਾ ਕੈਲੀਬਰ ਇਹ ਆ ਕਿ 50 ਕਿੱਲੇ ਦਾ ਮਾਲਕ ਹੈ ਤੇ ਉਹ ਨਰੇਗਾ ਦੀਆਂ ਰਸੀਤਾਂ 'ਚ ਆਪਣਾ ਨਾਂ ਪਵਾ ਕੇ ਤੇ ਪੈਸੇ ਲੈਂਦਾ, ਉਹ ਕੈਲੀਬਰ ਹੈ ਬੰਦੇ ਦਾ। ਠੀਕ ਹੈ ਜੀ। ਤੇ ਬੇਟੇ ਦੇ ਨਾਂ ਤੇ ਵੀ ਨਰੇਗਾ ਦੇ ਪੈਸੇ, ਇਹ ਵੇਖੋ। ਇਹਦਾ ਕੋਈ ਪ੍ਰੂਫ ਲਿਆਓ ਯਾਰ, ਫੋਨ ਕੱਢ ਦਿਓ, ਹੁਣ ਹੀ ਦਿਖਾ ਦਿੰਦੇ ਆ। WhatsApp ਚੱਲ ਰਿਹਾ ਵਾਇਰਲ। ਠੀਕ ਹੈ ਨਾ ਜੀ, ਹਲਕੇ 'ਚ ਘੁੰਮ ਰਿਹਾ ਪੂਰਾ। ਇਹਨਾਂ ਨੂੰ ਸਿਰਫ ਪੈਸੇ ਚਾਹੀਦੇ, ਜਿੱਧਰੋਂ ਮਰਜ਼ੀ ਨਿਕਲ ਆਉਣ। ਇਹ ਸੁਲਤਾਨਪੁਰ ਦੇ ਹਰ ਬੰਦੇ ਦੀ ਜ਼ੁਬਾਨ ਤੇ ਇਹ ਗੱਲ ਹੈਗੀ ਆ। ਸਿਵਾਏ ਪੈਸੇ ਤੋਂ ਨਵਤੇਜ ਸਿੰਘ ਚੀਮੇ ਨੇ ਕੁਝ ਨਹੀਂ ਸੋਚਿਆ, ਕੋਈ ਡਿਵੈਲਪਮੈਂਟ ਨਹੀਂ, ਕੋਈ ਕੰਮ ਨਹੀਂ। ਬਸ ਜਿੱਧਰੋਂ ਪੈਸੇ ਆਏ ਰਗੜੀ ਗਿਆ। ਠੇਕੇ ਤੇ ਦਿੱਤੇ ਥਾਣੇ, ਤਹਿਸੀਲ ਠੇਕੇ ਤੇ। ਇਹ ਕੀ ਹਲਕਾ ਆ ਜਿੱਥੇ ਅਫਸਰ ਖੁੱਲ ਕੇ ਕਹਿੰਦੇ ਸੀ, ਜੇ ਕੋਈ ਬੰਦਾ ਪੈਸੇ ਮੰਗਦਾ ਸੀ ਨਾ ਤੇ ਜ਼ਿਮੀਂਦਾਰ ਜਾ ਕੇ ਕਹਿੰਦਾ ਸੀ ਉਹ ਪੈਸੇ ਇੰਨੇ ਕਾਹਦੇ, ਕਹਿੰਦਾ ਅੱਧਾ ਹਿੱਸਾ ਐਮਐਲਏ ਦਾ, ਜਾ ਕੇ ਪੁੱਛ ਲਓ ਖੁੱਲ ਕੇ। ਇਹ ਉਦੋਂ ਹੀ ਹੋ ਸਕਦਾ ਜਦੋਂ ਐਮਐਲਏ ਭੁੱਖਾ ਹੋ ਗਿਆ ਹੋਵੇ। ਇਹ ਡਾਇਲੋਗ ਸੁਣਨ ਨੂੰ ਫਿਲਮਾਂ 'ਚ ਮਿਲਦੇ ਆ, ਇਹ ਵਾਕਿਆ ਅਸਲ ਦੇ ਵਿੱਚ ਹੈ ਜੋ ਤੁਸੀਂ ਲਗਾ ਰਹੇ ਹੋ ਇਲਜ਼ਾਮ? ਮੈਂ ਇਹ ਚਾਹੁੰਦਾ ਕਿ ਤੁਸੀਂ ਸੁਲਤਾਨਪੁਰ ਦੇ ਇਲਾਕੇ 'ਚ ਲੋਕਾਂ ਨੂੰ ਪੁੱਛੋ ਕੀ ਹੈ। ਤੁਸੀਂ ਵੀ ਜਲੰਧਰੋਂ ਆਏ ਤਾਂ ਟੀਵੀ ਤੇ ਇੰਟਰਵਿਊ ਲੈ ਕੇ ਤੇ ਗਾਂਹ ਚੱਲ ਜਾਣਾ। ਰਿਐਲਿਟੀ ਇਹ ਹੈ ਗਰਾਊਂਡ ਤੇ, ਇਲਜ਼ਾਮ ਨਹੀਂ ਆ, ਰਿਐਲਿਟੀ ਆ। ਲੋਕ ਇੰਨਾ ਮਾੜਾ ਹਾਲ ਸੀ, ਜੇ ਕੋਈ ਬੰਦਾ ਫੇਸਬੁੱਕ ਤੇ ਕਮੈਂਟ ਕਰ ਦਿੰਦਾ ਸੀ ਨਾ ਤੇ ਮੁੰਡਿਓ ਦੱਸੋ ਕੀ ਹੁੰਦਾ ਸੀ ਫਿਰ? ਪੁਲਿਸ ਆ ਜਾਂਦੀ। ਇਹ ਹਾਲ ਸੀ ਇਸ ਇਲਾਕੇ ਦਾ। ਤੇ ਹੁਣ ਮੈਂ ਇੱਕ ਚੀਜ਼ ਮੰਚ ਧਾਰ ਲਈ ਕਿ ਲੋਕਾਂ ਨੂੰ ਇਸ ਡਰ ਦੀ ਜ਼ਿੰਦਗੀ ਚੋਂ ਕੱਢਣਾ, ਤਾਂ ਕਿ ਲੋਕ ਖੁੱਲ੍ਹ ਕੇ ਉੱਡਦੇ ਫਿਰਨ, ਇੱਕ ਜ਼ਿੰਦਗੀ ਖੁਸ਼ੀ ਨਾਲ ਬਤੀਤ ਕਰਨ। ਦੇਖੋ ਇਸ ਹਲਕੇ ਵਰਗਾ ਹਲਕਾ ਕੋਈ ਨਹੀਂ ਹੋ ਸਕਦਾ। 70% ਲੋਕ ਇੱਥੇ ਸਬਜ਼ੀ ਦੀ ਖੇਤੀ ਦੇ ਵਿੱਚ ਹੈਗੇ ਆ ਤੇ ਬਾਬੇ ਨਾਨਕ ਦੀ ਇੰਨੀ ਕਿਰਪਾ ਆ ਉਹਨਾਂ ਦੀ ਧਰਤੀ ਹੋਣ ਦੇ ਕਾਰਨ ਕਿ ਜੋ ਸਾਰੇ ਪੰਜਾਬ 'ਚ ਲੋਕ 10 ਕਿੱਲਿਆਂ 'ਚੋਂ ਕਮਾਈ ਕਰਦੇ ਆ ਨਾ, ਇਸ ਹਲਕੇ 'ਚ 3 ਕਿੱਲਿਆਂ 'ਚ ਲੋਕ ਉਨੀ ਕਮਾਈ ਕਰਦੇ ਆ। ਪੈਸੇ ਦੀ ਕੋਈ ਕਮੀ ਨਹੀਂ ਲੋਕਾਂ ਨੂੰ, ਕੁਛ ਨਹੀਂ ਚਾਹੁੰਦੇ। ਉਹ ਸਿਰਫ ਇਹ ਚਾਹੁੰਦੇ ਆ ਸਾਫ ਸੁਥਰਾ ਪ੍ਰਸ਼ਾਸਨ ਹੋਵੇ, ਅਸੀਂ ਜਾਈਏ, ਅਸੀਂ ਖੱਜਲ ਨਾ ਹੋਈਏ, ਸਾਡੇ ਨਾਲ ਧੱਕੇ ਨਾ ਹੋਣ। ਜੇ ਬੰਦਾ ਥਾਣੇ ਚਲ ਜਾਵੇ ਨਾ, ਉਹਨੂੰ ਕੋਈ ਬੁਲਾ ਲਵੇ, ਉਹ ਕਹਿੰਦਾ ਮੇਰੀ ਸਬਜ਼ੀ ਖਰਾਬ ਹੋ ਰਹੀ ਹੈ, ਟਾਈਮ ਨਹੀਂ ਹੈਗਾ ਮੇਰੇ ਕੋਲ ਖਰਾਬ ਕਰਨ ਨੂੰ। ਫਸਲ ਤੇ ਫੋਕਸ ਕਰਦੇ ਆ, ਖੇਤਾਂ 'ਚ ਆਪ ਮਿਹਨਤ ਕਰਦੇ ਆ। ਸੋ ਲੋਕਾਂ ਨੂੰ ਇੱਕ ਵਧੀਆ ਲੀਡਰ ਚਾਹੀਦਾ ਜਿਹੜਾ ਉਹਨਾਂ ਦੀ ਬਾਂਹ ਫੜੇ, ਸਹੀ ਨੂੰ ਸਹੀ ਕਵੇ ਤੇ ਇੱਕ ਸਾਫ ਸੁਥਰਾ ਪ੍ਰਸ਼ਾਸਨ ਦੇਵੇ। ਬਹੁਤ ਧੰਨਵਾਦ ਸਮਾਂ ਦੇਣ ਦੇ ਲਈ। ਤਾਂ ਇਹ ਹਲਕਾ ਹੁਣ ਕੌਣ ਜਿੱਤਦਾ ਹੈ ਇਹ ਤਾਂ ਹੁਣ 20 ਫਰਵਰੀ ਨੂੰ ਪਤਾ ਚੱਲੇਗਾ, ਜਦੋਂ ਵੋਟਾਂ ਪੈਣਗੀਆਂ ਜਾਂ ਨਤੀਜੇ ਆਉਣਗੇ। ਤਾਂ ਫਿਲਹਾਲ ਯੂਥ ਜਿਹੜਾ ਆ ਉਹ ਨਿਤਰਿਆ ਹੋਇਆ ਆਜ਼ਾਦ। ਹਾਲਾਂਕਿ ਇਹਨਾਂ ਦੇ ਫਾਦਰ ਸਾਹਿਬ ਕਾਂਗਰਸ ਦੀ ਟਿਕਟ ਤੋਂ ਚੋਣ ਲੜ ਰਹੇ ਨੇ। ਤਾਂ ਸਮਾਂ ਜਿਹੜਾ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਚੱਲੇਗਾ ਕਿ ਕੀ ਬਦਲਾਵ ਹੁੰਦਾ ਹੈ। ਕੈਮਰਾ ਪਰਸਨ ਮੋਨੂ ਦੇ ਨਾਲ ਰਾਹੁਲ ਕਾਲਾ, ਜਗਬਾਣੀ TV।